ਬਖਸ਼ਿਸ਼ ਕੀਤੇ ਗਏ ਪਾਵਨ ਸ੍ਰੀ ਮੁਖਵਾਕ ਵਿਚਾਰਨ ਲਈ ਆਪਾਂ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਅੱਜ ਦਾ ਪਾਵਨ ਸ਼ਬਦ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਸ ਵੇਲੇ ਉਚਾਰਨ ਕੀਤਾ ਜਦੋਂ ਮਹਾਰਾਜ ਜੀ ਦੇ ਸਾਹਿਬਜ਼ਾਦੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਦੇ ਸਰੀਰ ਨੂੰ ਖੇਚੜਾ ਆਈ। ਬਾਲਪਨੇ ਵਿੱਚ ਬਚਪਨ ਦੀ ਅਵਸਥਾ ਵਿੱਚ ਗੁਰਦੇਵ ਦੇ ਤਨ ਤੇ ਤਾਪ ਆਇਆ, ਚੇਚਕ ਦਾ ਰੋਗ ਹੋਇਆ। ਉਸ ਵਕਤ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਰੱਖਿਆ ਕੀਤੀ, ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪਰਮੇਸ਼ਰ ਦੇ ਸ਼ੁਕਰਾਨੇ ਵਜੋਂ, ਗੁਰਦੇਵ ਦੇ ਸ਼ੁਕਰਾਨੇ ਵਜੋਂ ਇਹ ਪਾਵਨ ਸ਼ਬਦ ਉਚਾਰਨ ਕੀਤਾ। ਆਓ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ। ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਆਪਣੇ ਬਾਲਕ ਆਪ ਰੱਖਿਆਨ ਪਾਰ ਬ੍ਰਹਮ ਗੁਰਦੇਵ। ਰਾਗ ਬਿਲਾਵਲ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਨੇ। ਆਪਣੇ ਬਾਲਕ ਆਪ ਰੱਖੇ ਹਨ। ਆਪਣੇ ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਪਾਰ ਬ੍ਰਹਮ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੇ ਆਪ ਕੀਤੀ ਹੈ, ਆਪ ਰੱਖਿਆ। ਜੋ ਇਹ ਚੇਚਕ ਦਾ ਤਾਪ ਦਾ ਰੋਗ ਸੀ, ਇਹਦੀ ਨਿਰਵਿਰਤੀ ਕੀਤੀ ਹੈ। ਮਹਾਂਪੁਰਸ਼ ਜਦੋਂ ਵੀ ਕੋਈ ਬਚਨ ਉਚਾਰਨ ਕਰਦੇ ਨੇ, ਉਹ ਹੁੰਦਾ ਕਿਸੇ ਪਰਥਾਏ ਹੈ, ਇੱਕ ਵਿਅਕਤੀ ਨੂੰ ਸੰਬੋਧਨ ਹੋ ਕੇ ਕਹਿੰਦੇ ਹੈ। ਪਰ ਮਹਾਰਾਜ ਜੀ ਦੇ ਪਾਵਨ ਬਚਨ ਸਾਰੇ ਸੰਸਾਰ ਲਈ ਸਾਂਝੇ ਹਨ। ਪਰਥਾਏ ਭਾਵੇਂ ਕਿਸੇ ਇੱਕ ਵਿਅਕਤੀ ਨੂੰ ਕਹਿ ਰਹੇ ਹੋਣ, ਪਰ ਉਹ ਸਾਰੀ ਮਾਨਵਤਾ ਵਾਸਤੇ ਹੈ, ਸਾਰੀ ਮਨੁੱਖਤਾ ਵਾਸਤੇ ਹੈ। ਵਿਆਪਕ ਰੂਪ ਦੇ ਵਿੱਚ ਇਸ ਪਾਵਨ ਪੰਕਤੀ ਦੇ ਅਰਥ ਆਪਾਂ ਇਵੇਂ ਕਰਾਂਗੇ ਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਰਦੇਵ ਦੇ ਬਾਲਕ ਹਾਂ, ਤੇ ਸਾਨੂੰ ਆਪਣੇ ਬਾਲਕਾਂ ਨੂੰ ਵਾਹਿਗੁਰੂ ਜੀ ਨੇ ਆਪ ਕਿਰਪਾ ਕਰਕੇ ਰੱਖਿਆ। ਪਹਿਲਾਂ ਮਾਤਾ ਦੇ ਉਦਰ ਦੀ ਅਗਨੀ ਤੋਂ ਰੱਖਿਆ। ਮਾਤਾ ਦੇ ਉਦਰ ਦੀ ਅਗਨੀ ਜੋ ਪ੍ਰਚੰਡ ਹੋ ਕੇ ਪ੍ਰਬਲ ਹੋ ਕੇ ਬਲਦੀ ਹੈ, ਉਸ ਅਗਨੀ ਦੇ ਵਿੱਚ ਵਾਹਿਗੁਰੂ ਨੇ ਰੱਖਿਆ ਕੀਤੀ ਹੈ। ਮਾਤਾ ਦੇ ਉਦਰ ਦੀ ਅਗਨੀ ਦਾ ਸੇਕ ਨਹੀਂ ਲੱਗਣ ਦਿੱਤਾ। ਇਹ ਪਾਰ ਬ੍ਰਹਮ ਗੁਰਦੇਵ ਦੀ ਕਿਰਪਾ ਹੈ, ਉਸ ਦੀ ਦਇਆ ਹੈ, ਤਾਂ ਸਾਡੀ ਰੱਖਿਆ ਹੋਈ ਹੈ। ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਵੀ ਜਿਹੜੇ ਸੰਸਾਰ ਦੇ ਵਿਕਾਰ ਨੇ, ਜੋ ਜੀਵ ਦੇ ਹਿਰਦੇ ਨੂੰ ਵਿਚਲਿਤ ਕਰਦੇ ਹਨ, ਉਹਨਾਂ ਵਿਕਾਰਾਂ ਤੋਂ ਰੱਖਿਆ ਮੇਰੇ ਪਾਰ ਬ੍ਰਹਮ ਗੁਰਦੇਵ ਨੇ ਆਪਣੇ ਬਾਲਕਾਂ ਦੀ ਆਪ ਕੀਤੀ ਹੈ। ਔਗਣਾ ਤੋਂ, ਭੈੜਿਆਂ ਫੁਰਨਿਆਂ ਤੋਂ, ਕਫੁਰਨਿਆਂ ਤੋਂ, ਮਾੜੀਆਂ ਬਿਰਤੀਆਂ ਤੋਂ ਮੇਰੇ ਮਾਲਕ ਨੇ, ਪਾਰ ਬ੍ਰਹਮ ਗੁਰਦੇਵ ਨੇ ਆਪਣੇ ਬਾਲਕ ਨੂੰ ਆਪ ਕਿਰਪਾ ਕਰਕੇ ਰੱਖ ਲਿਆ। ਆਪ ਪਾਰ ਬ੍ਰਹਮ ਗੁਰਦੇਵ ਨੇ ਤਰਸ ਕਰਕੇ ਸਾਡੀ ਰੱਖਿਆ ਕੀਤੀ ਹੈ, ਕਿਉਂਕਿ ਗੁਰੂ ਸਾਹਿਬ ਜੀ ਤੋਂ ਬਿਨਾਂ ਸਾਡਾ ਕੋਈ ਰਾਖਾ ਨਹੀਂ ਹੈ। ਸਤਿਗੁਰੂ ਜੀ ਸਾਡੇ ਰਾਖੇ ਨੇ ਹਰ ਜਗ੍ਹਾ ਤੇ, ਹਰ ਥਾਂ ਤੇ। ਚਾਹੇ ਦੁੱਖ ਹੈ, ਸੁੱਖ ਹੈ, ਕਿਸੇ ਵੀ ਪ੍ਰਕਾਰ ਦੀ ਅਵਸਥਾ ਹੈ, ਕਿਸੇ ਵੀ ਪ੍ਰਕਾਰ ਦਾ ਮਾਹੌਲ ਹੈ, ਕਿਸੇ ਵੀ ਪ੍ਰਕਾਰ ਦੀਆਂ ਪਰਿਸਥਿਤੀਆਂ ਨੇ, ਹਰ ਵੇਲੇ ਹਰ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਾਡੀ ਰੱਖਿਆ ਕਰਦੇ ਹਨ। ਗੁਰੂ ਕਾ ਸਿੱਖ ਜੇ ਕਿਤੇ ਗੁਰੂ ਦਾ ਚਿੰਤਨ ਆਪਣੇ ਹਿਰਦੇ 'ਚ ਰੱਖੇ ਤੇ ਜਾਣੇ ਕਿ ਸਤਿਗੁਰੂ ਜੀ ਹਰ ਵੇਲੇ ਸਾਡੀ ਰੱਖਿਆ ਕਰ ਰਹੇ ਨੇ। ਹੱਥ 'ਚ ਪਾਇਆ ਕੜਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੇਤੇ ਕਰਾਉਂਦੇ ਹੈ ਕਿ ਕੜਾ ਕਹਿੰਦਾ ਦਸਵੇਂ ਪਾਤਸ਼ਾਹ ਜੀ ਦਾ ਹੁਕਮ ਹੈ
ਕਿ ਆਪਣੇ ਇਸ ਹੱਥ ਦੇ ਨਾਲ ਕਿਸੇ ਦਾ ਮਾੜਾ ਨਾ ਕਰੀ, ਕਿਸੇ ਪਰਾਈ ਵਸਤੂ ਨੂੰ ਹਿਰਨ ਦਾ ਯਤਨ ਨਾ ਕਰੀ। ਸੀਸ ਤੇ ਬੱਧੀ ਹੋਈ ਦਸਤਾਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਾਨੂੰ ਇਹ ਰੱਖਿਆ ਦੇ ਪ੍ਰਕਾਰ ਦਿੱਤੇ ਹੈ। ਜਿਹੜੀ ਇਹ ਰਹਿਤ ਬਹਿਤ ਸਤਿਗੁਰਾਂ ਨੇ ਸਾਨੂੰ ਦੱਸੀ ਹੈ, ਪੰਜਾਂ ਕੱਕਿਆਂ ਦੀ ਰਹਿਤ ਬਹਿਤ ਹੋਵੇ, ਬੋਲਣ ਦੀ, ਖਾਣ ਦੀ, ਵਿਚਰਨ ਦੀ, ਇਹ ਸਤਿਗੁਰਾਂ ਦੀ ਜਿਹੜੀ ਦੱਸੀ ਹੋਈ ਰਹਿਤ ਹੈ, ਇਹ ਸਾਡੀ ਰੱਖਿਆ ਕਰਦੀ ਹੈ। ਜੇ ਗੁਰੂ ਕਾ ਸਿੱਖ ਰਹਿਤ ਦਾ ਪਾਲਣ ਕਰਦਾ ਹੈ, ਰਹਿਤ ਨੂੰ ਧਾਰਨ ਕਰਦਾ ਹੈ, ਤਾਂ ਉਸ ਰਹਿਤ ਨਾਲ ਗੁਰੂ ਕੇ ਸਿੱਖ ਦੀ ਰੱਖਿਆ ਹੁੰਦੀ, ਤਾਂ ਉਹ ਰੱਖਿਆ ਗੁਰੂ ਕੀ ਰੱਖਿਆ ਹੈ, ਸਤਿਗੁਰਾਂ ਦੀ ਰੱਖਿਆ ਹੈ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਕਿਰਪਾ ਕਰਕੇ ਸਾਡੇ ਤੇ ਤਰਸ ਕਰਕੇ ਸਾਡੀ ਰੱਖਿਆ ਕੀਤੀ, ਆਪਣਿਆਂ ਬਾਲਕਾਂ ਨੂੰ, ਆਪਣਿਆਂ ਬੱਚਿਆਂ ਨੂੰ ਆਪ ਰੱਖਿਆ ਹੈ। ਸੁਖ ਸ਼ਾਂਤ ਸਹਜ ਆਨੰਦ ਭਏ, ਪੂਰਨ ਭਈ ਸੇਵ। ਹੁਣ ਸੁਖ ਹੈ, ਸਹਿਜ ਹੈ, ਆਨੰਦ ਹੈ, ਸ਼ਾਂਤੀ ਹੈ, ਤੇ ਇਸ ਸਹਿਜ ਆਨੰਦ ਸੁਖ ਸ਼ਾਂਤੀ ਦੇ ਨਾਲ ਸਾਡੀ ਜਿਹੜੀ ਸੇਵਾ ਸੀ, ਸਾਡੀ ਜਿਹੜੀ ਘਾਲਣਾ ਸੀ, ਉਹ ਪੂਰਨ ਹੋ ਗਈ। ਪੂਰਨ ਭਈ ਸੇਵ, ਯਾਨੀ ਕਿ ਜੋ ਸਾਡੀ ਸੇਵਾ ਸੀ ਉਹ ਸਫਲ ਹੋ ਗਈ ਹੈ। ਮਹਾਰਾਜ ਜੀ ਨੇ ਦਇਆ ਕਰਕੇ, ਤਰਸ ਕਰਕੇ ਸਾਨੂੰ ਹਿਰਦੇ ਦਾ ਸੁਖ ਬਖਸ਼ ਦਿੱਤਾ। ਫਿਰ ਮਨ ਦਾ ਟਿਕਾਉ ਨੂੰ ਕਹਿੰਦੇ ਆ ਸ਼ਾਂਤੀ। ਸ਼ਾਂਤੀ ਦਾ ਮਤਲਬ ਹੁੰਦਾ ਜਦੋਂ ਮਨ ਟਿਕ ਜਾਏ, ਮਨ 'ਚ ਟਿਕਾ ਆ ਜਾਏ, ਉਹਨੂੰ ਸ਼ਾਂਤ ਅਵਸਥਾ ਕਹਿੰਦੇ ਹਨ। ਬੰਦਾ ਹਿਰਦੇ ਦੀ ਸ਼ਾਂਤੀ ਨੂੰ ਪ੍ਰਾਪਤ ਕਰਨ ਵਾਸਤੇ ਅਨੇਕਾਂ ਥਾਵਾਂ ਤੇ ਭਟਕਦਾ ਹੈ, ਅਨੇਕਾਂ ਥਾਵਾਂ ਤੇ ਜਾਂਦਾ ਹੈ ਕਿ ਮਨ ਸ਼ਾਂਤ ਹੋ ਜਾਏ, ਮਨ ਨੂੰ ਸ਼ਾਂਤ ਅਵਸਥਾ ਦੀ ਪ੍ਰਾਪਤੀ ਹੋ ਜਾਏ। ਮਹਾਰਾਜ ਜੀ ਦੀ ਸੇਵਾ ਕੀਤਿਆਂ ਹਿਰਦਾ ਸ਼ਾਂਤ ਹੋ ਜਾਂਦਾ ਹੈ। ਫਿਰ ਸਹਿਜ ਕਹਿੰਦੇ ਨੇ ਗਿਆਨ ਨੂੰ, ਕਹਿੰਦੇ ਗਿਆਨ ਪ੍ਰਾਪਤ ਹੋ ਗਿਆ, ਆਨੰਦ ਹਿਰਦੇ ਨੂੰ ਆਨੰਦ ਦੀ ਅਵਸਥਾ ਪ੍ਰਾਪਤ ਹੋ ਗਈ ਹੈ। ਇਸ ਤਰ੍ਹਾਂ ਸਾਡੀ ਜਿਹੜੀ ਸੇਵਾ ਸੀ ਸਤਿਗੁਰਾਂ ਦੀ ਕੀਤੀ ਹੋਈ, ਉਹ ਸੇਵਾ ਸਫਲ ਹੋ ਗਈ। ਰਹਾਉ ਭਗਤ ਜਨਾਂ ਕੀ ਬੇਨਤੀ, ਸੁਣੀ ਪ੍ਰਭ ਆਪ। ਆਪਣਿਆਂ ਭਗਤ ਜਨਾਂ ਦੀ ਬੇਨਤੀਆਂ ਪ੍ਰਭੂ ਪਰਮੇਸ਼ਰ ਨੇ ਆਪ ਸੁਣੀਆਂ। ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਸ਼ਾਂ ਨੇ, ਭਗਤਾਂ ਨੇ ਬੇਨਤੀ ਕੀਤੀ, ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਬਿਲਕੁਲ ਨਿਰੋਆ ਹੋ ਗਿਆ, ਰੋਗ ਰਹਿਤ ਹੋ ਗਿਆ। ਤੋ ਆਪਣੇ ਭਗਤ ਜਨਾਂ ਦੀ ਬੇਨਤੀ ਪ੍ਰਭੂ ਨੇ ਆਪ ਕਿਰਪਾ ਕਰਕੇ ਸੁਣੀ ਹੈ। ਭਗਤ ਬੜੀ ਉੱਚੀ ਅਵਸਥਾ ਹੈ ਭਗਤ ਦੀ। ਆਮ ਕਰਕੇ ਅਸੀਂ ਜਿਹੜੇ ਸਮਾਜ 'ਚ ਰਹਿ ਰਹੇ ਹਾਂ ਨਾ, ਸਾਡੇ ਸਮਾਜ ਦੇ ਲੋਕਾਂ ਨੂੰ ਧਰਮ ਦੀਆਂ ਉਲਟੀਆਂ ਆਉਣ ਲੱਗ ਪਈਆਂ। ਜਿਹੜੀ ਚੀਜ਼ ਵੱਧ ਮਿਲ ਜਾਏ ਨਾ ਤੇ ਉਹ ਖਾ ਲਵੇ ਬੰਦਾ, ਫਿਰ ਉਹਨੂੰ ਬਦ ਹਜਮੀ ਹੋ ਜਾਂਦੀ ਹੈ ਤੇ ਉਹ ਉਲਟੀਆਂ ਕਰਨ ਲੱਗ ਪੈਂਦਾ। ਸਾਡੇ ਦੇਸ਼ ਦੇ ਲੋਕਾਂ ਨੂੰ ਹੁਣ ਉਲਟੀਆਂ ਆਉਣ ਲੱਗ ਪਈਆਂ ਨੇ ਧਰਮ ਦੀਆਂ, ਕਿਉਂਕਿ ਧਾਰਮਿਕ ਮਾਹੌਲ ਮਿਲਿਆ, ਧਾਰਮਿਕ ਆਲੇ ਦੁਆਲੇ ਮਾਹੌਲ ਦੇ ਵਿੱਚ ਅਸੀਂ ਜੰਮੇ ਪਲੇ, ਤੇ ਹੁਣ ਧਰਮ ਨੂੰ ਹੀ ਲੋਕ ਟਿਚਰਾਂ ਕਰਨ ਲੱਗ ਪਏ ਹੈ। ਜਿਨ੍ਹਾਂ ਦੇਸ਼ਾਂ ਵਿੱਚ ਧਰਮ ਨਹੀਂ ਸੀ, ਨਾਸਤਿਕਤਾ ਸੀ, ਉਹ ਲੋਕ ਧਰਮ ਵਾਲੇ ਪਾਸੇ ਵੱਧ ਰਹੇ ਨੇ, ਕਿਉਂਕਿ ਉਹਨਾਂ ਨੇ ਵੇਖ ਲਿਆ ਵੀ ਪਦਾਰਥਵਾਦੀ ਬਿਰਤੀ ਜਿਹੜੀ ਹੈ ਇਹ ਬੰਦੇ ਨੂੰ ਕਦੇ ਸਕੂਨ ਨਹੀਂ ਦਿੰਦੀ। ਸਾਡੇ ਦੇਸ਼ ਦੇ ਵਿੱਚ ਧਰਮ ਵੱਧ ਸੀ ਤੇ ਲੋਕ ਹੁਣ ਬਦ ਫੈਲੀਆਂ ਕਰਨ ਲੱਗ ਪਏ। ਪਰ ਸਮਾਂ ਸਮਾਂ ਸਮਰੱਥ ਹੁੰਦਾ ਹੈ, ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਬਹੁਤ ਸਾਰੇ ਧਾਰਮਿਕ ਸ਼ਬਦ ਜਿਹੜੇ ਅਸੀਂ ਆਮ ਸਮਾਜ ਦੇ ਵਿੱਚ ਬੜੇ ਉੱਚੇ ਰੁਤਬਿਆਂ ਵਾਸਤੇ ਵਰਤਦੇ ਸੀ, ਹੁਣ ਉਹ ਅੱਜ ਕੱਲ੍ਹ ਲੋਕ ਜਿਹੜਾ ਬਿਲਕੁਲ ਨਖਿੱਧ ਜੀਵ ਹੋਵੇ ਉਹਦੇ ਲਈ ਵਰਤਦੇ ਆ। ਜਿਹੜਾ ਬੰਦਾ ਮਸਤਾਨਾ ਜਿਹਾ ਹੋਵੇ, ਬੌਰਾ ਜਿਹਾ ਹੋਵੇ, ਜਿਹਨੂੰ ਅਕਲ ਨਾ ਹੋਵੇ, ਨਾ ਪਹਿਨਣ ਦੀ, ਨਾ ਖਾਣ ਦੀ, ਨਾ ਵਿਚਰਨ ਦੀ, ਨਾ ਗੱਲਬਾਤ ਕਰਨ ਦੀ, ਮੈਲਾ ਕੁਚੈਲਾ ਜਿਹਾ ਬਣ ਕੇ ਰਹਿੰਦਾ ਹੋਵੇ, ਤੇ ਸਾਡੇ ਸਮਾਜ ਦੇ ਲੋਕ ਉਹਦੇ ਬਾਬਤ ਇੱਕ ਸ਼ਬਦ ਵਰਤਦੇ ਆ, ਕਹਿੰਦੇ ਜੀ ਇਹ ਤਾਂ ਭਗਤ ਹੈ। ਯਾਨੀ ਕਿ ਇਦਾਂ ਦੀ ਬਿਰਤੀ ਲੋਕਾਂ ਦੀ ਬਣ ਗਈ ਹੈ ਵੀ ਭਗਤ ਇਹੋ ਜਿਹੇ ਹੁੰਦੇ ਆ। ਮਾੜੀ ਚੀਜ਼ ਹੋਵੇ
ਕਹਿੰਦੇ ਜੀ ਬਸ ਇਹ ਤਾਂ ਰੱਬ ਦਾ ਨਾਂ ਹੀ ਹੈ। ਕਿੱਡੀ ਹੈਰਾਨੀ ਦੀ ਬਾਤ ਹੈ, ਜੋ ਸਭ ਤੋਂ ਕੀਮਤੀ ਵਸਤ ਹੈ ਪਰਮੇਸ਼ਰ ਦਾ ਨਾਮ, ਅਮੋਲਕ ਵਸਤੂ ਹੈ, ਉਹ ਨਖਿੱਧ ਬੰਦਿਆਂ ਵਾਸਤੇ ਜਾਂ ਨਖਿੱਧ ਚੀਜ਼ਾਂ ਵਾਸਤੇ ਵਰਤੀ ਜਾਂਦੀ ਹੈ ਜੀ। ਇਹ ਤਾਂ ਰੱਬ ਦਾ ਹੀ ਨਾਂ ਹੈ ਜੀ। ਬਸ ਇਦਾਂ ਦੇ ਬੋਲ ਮਨੁੱਖਾਂ ਦੀ ਜ਼ੁਬਾਨ ਤੋਂ ਸੁਣਨ ਨੂੰ ਮਿਲਦੇ ਆ, ਜਿਹੜਾ ਬਿਲਕੁਲ ਸਿੱਧਾ ਸਧਾਰਨ ਜਿਹਾ ਬੰਦਾ ਹੋਵੇ, ਮਸਤਾਨਾ ਜਿਹਾ, ਬੌਰਾ ਜਿਹਾ, ਜਿਹਨੂੰ ਕੱਪੜੇ ਆਦਿਕ ਪਹਿਨਣ ਦੇ ਢੰਗ ਦਾ ਨਹੀਂ ਪਤਾ, ਕਹਿੰਦੇ ਜੀ ਇਹ ਤਾਂ ਭਗਤ ਹੈ ਜੀ। ਵੀ ਭਗਤ ਇਹੋ ਜਿਹੇ ਹੁੰਦੇ ਆ, ਭਗਤ ਹੁੰਦੇ ਆ ਕਬੀਰ ਜੀ ਜੈਸੇ ਮਹਾਪੁਰਸ਼, ਜਿਹੜੇ ਡੰਕੇ ਦੀ ਚੋਟ ਦੇ ਉੱਤੇ ਫੈਲੇ ਹੋਏ ਪਖੰਡ ਦਾ ਖੰਡਨ ਕਰਕੇ ਕਹਿੰਦੇ ਆ ਭਾਈ ਇਹ ਪਖੰਡ ਹੈ। ਉਹ ਭਗਤ ਹੁੰਦੇ ਆ ਜਿਹੜੇ ਸਮੇਂ ਦੇ ਹਾਕਮਾਂ ਨੂੰ ਵੀ ਸੰਬੋਧਨ ਕਰਕੇ ਆਖਣ ਤੂੰ ਇਹ ਗਲਤ ਕਰ ਰਿਹਾ, ਤੂੰ ਇਹ ਠੀਕ ਨਹੀਂ ਕਰ ਰਿਹਾ। ਉਹ ਹੁੰਦਾ ਭਗਤ। ਤੋ ਲੋਕਾਂ ਦੀ ਮਾਨਸਿਕਤਾ ਜਿਹੜੀ ਆ ਉਹ ਇੰਨੀ ਜ਼ਿਆਦਾ ਨੀਵੇਂ ਪੱਧਰ ਦੇ ਉੱਤੇ ਡਿੱਗ ਚੁੱਕੀ ਹੈ। ਭਗਤ ਦੀ ਅਵਸਥਾ ਬੜੀ ਉੱਚੀ ਅਵਸਥਾ ਹੁੰਦੀ ਹੈ। ਜਿਹੜਾ ਅਕਾਲ ਪੁਰਖ ਪਰਮੇਸ਼ਰ ਨੂੰ ਆਪਣਾ ਸਮਰਪਣ ਕਰਕੇ ਪਰਮੇਸ਼ਰ ਦੀ ਬੰਦਗੀ ਕਰੇ ਉਹਨੂੰ ਕਹਿੰਦੇ ਨੇ ਭਗਤ। ਇਹੋ ਜਿਹੇ ਭਗਤਾਂ ਵਾਸਤੇ ਤਾਂ ਪਾਰ ਬ੍ਰਹਮ ਪਰਮੇਸ਼ਰ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਤੱਖ ਹੋ ਜਾਂਦੇ ਹੈ। ਜਦੋਂ ਉਹਦੇ ਭਗਤਾਂ ਨੂੰ ਲੋੜ ਪੈਂਦੀ ਉਹ ਪ੍ਰਤੱਖ ਹੋ ਕੇ ਆ ਜਾਂਦੇ, ਤੇ ਫਿਰ ਉਹ ਭਗਤ ਕਿੱਡੀ ਵੱਡੀ ਉੱਚੀ ਅਵਸਥਾ ਦੇ ਮਾਲਕ ਹੋਣਗੇ ਕਿ ਪਰਮਾਤਮਾ ਨੂੰ ਖੁਦ ਆਉਣਾ ਪੈਂਦਾ ਉਹਨਾਂ ਭਗਤਾਂ ਦੀ ਰੱਖਿਆ ਲਈ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਤੋ ਪਰਮੇਸ਼ਰ ਨੂੰ ਆਉਣਾ ਪਿਆ ਨਾ, ਫਿਰ ਉਹ ਭਗਤਾਂ ਦੀ ਕਿੱਡੀ ਵੱਡੀ ਉੱਚੀ ਅਵਸਥਾ ਹੋਵੇਗੀ। ਇਹੋ ਜਿਹੇ ਜਿਹੜੇ ਭਗਤ ਜਨ ਹਨ, ਉਹਨਾਂ ਭਗਤ ਜਨਾਂ ਦੀ ਬੇਨਤੀ ਮੇਰੇ ਪ੍ਰਭੂ ਨੇ ਆਪ ਕਿਰਪਾ ਕਰਕੇ ਸੁਣੀ ਹੈ। ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ, ਖੁਦ ਆਪ ਪ੍ਰਭੂ ਵਾਹਿਗੁਰੂ ਪਰਮੇਸ਼ਰ ਜੀ ਕੰਨ ਦੇ ਕੇ ਆਪਣੇ ਭਗਤਾਂ ਦੀ ਬੇਨਤੀ ਸੁਣਦੇ ਹਨ। ਰੋਗ ਮਿਟਾਏ ਜੀਵਾਲੇ ਅਨ, ਜਾ ਕਾ ਬੜ ਪ੍ਰਤਾਪ। ਪਰਮੇਸ਼ਰ ਨੇ ਕਿਰਪਾ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰੋਗ ਮਿਟਾ ਕੇ ਉਹਨਾਂ ਨੂੰ ਜਵਾਲਿਅਨ ਜੀਵਨ ਦਾਨ ਦੇ ਦਿੱਤਾ ਹੈ। ਐਸਾ ਪ੍ਰਭੂ ਜਿਸ ਦਾ ਪ੍ਰਤਾਪ ਬੜਾ ਵੱਡਾ ਹੈ। ਇਦਾਂ ਕਹਿ ਸਕਦੇ ਹਾਂ ਜਿਸ ਪ੍ਰਭੂ ਨੇ ਕਿਰਪਾ ਕਰਕੇ ਸਾਡੇ ਰੋਗ ਮਿਟਾ ਦਿੱਤੇ ਨੇ। ਜਿਹੜੇ ਅਨੇਕ ਪ੍ਰਕਾਰ ਦੇ ਰੋਗ ਸਾਨੂੰ ਵਿਆਪੇ ਹੋਏ ਲੱਗੇ ਹੋਏ ਸਨ, ਕਾਮ ਦਾ, ਕ੍ਰੋਧ ਦਾ, ਈਰਖਾ, ਦਵੈਸ਼, ਨਿੰਦਾ, ਚੁਗਲੀ ਦਾ, ਅਨੇਕਾਂ ਪ੍ਰਕਾਰ ਦੇ ਜਿਹੜੇ ਰੋਗ ਸਾਨੂੰ ਲੱਗੇ ਹੋਏ ਉਹ ਮਾਲਕ ਨੇ ਕਿਰਪਾ ਕਰਕੇ ਮਿਟਾ ਦਿੱਤੇ ਹਨ। ਐਸਾ ਪ੍ਰਭੂ ਜਿਸ ਦਾ ਪ੍ਰਤਾਪ ਬੜਾ ਵੱਡਾ ਹੈ, ਜਾਂ ਕਾ ਵੱਡ ਪ੍ਰਤਾਪ, ਜਿਸ ਦਾ ਪ੍ਰਤਾਪ ਬਹੁਤ ਵੱਡਾ ਪ੍ਰਤਾਪ ਹੈ ਮਾਲਕ ਦਾ, ਅਕਾਲ ਪੁਰਖ ਦਾ। ਦੁਖ ਹਮਾਰੇ ਬਖਸ਼ੇ ਅਨ, ਆਪਣੀ ਕਲ ਧਾਰੀ। ਸਾਡੇ ਦੋਸ਼ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ ਦਿੱਤੇ ਨੇ। ਸਾਡੇ ਗੁਨਾਹ, ਸਾਡੀਆਂ ਖਾਮੀਆਂ, ਸਾਡੇ ਅਪਰਾਧ ਉਹ ਮਾਲਕ ਨੇ, ਪਰਮੇਸ਼ਰ ਨੇ ਕਿਰਪਾ ਕਰਕੇ ਬਖਸ਼ ਦਿੱਤੇ ਨੇ, ਆਪਣੀ ਕਲਾ ਧਾਰੀ, ਆਪਣੀ ਸ਼ਕਤੀ ਧਾਰਨ ਕਰਕੇ। ਸਾਡੇ ਸਾਰੇ ਦੋਸ਼, ਸਾਡੀਆਂ ਸਾਰੀਆਂ ਖਾਮੀਆਂ, ਸਾਡੇ ਸਾਰੇ ਗੁਨਾਹ, ਸਾਡੇ ਸਾਰੇ ਅਪਰਾਧ ਵਾਹਿਗੁਰੂ ਜੀ ਨੇ ਆਪ ਕਿਰਪਾ ਕਰਕੇ ਬਖਸ਼ ਦਿੱਤੇ ਹਨ। ਆਪਣੀ ਕਲਾ ਧਾਰ ਕੇ ਸਾਡੇ ਦੋਖ ਬਖਸ਼ੇ ਹਨ। ਮਨ ਵਾਂਛਤ ਫਲ ਦਿੱਤੇ ਹਨ, ਨਾਨਕ ਬਲਿਹਾਰੀ। ਮੇਰੇ ਮਾਲਕ ਨੇ, ਪ੍ਰਭੂ ਨੇ ਕਿਰਪਾ ਕਰਕੇ ਸਾਨੂੰ ਮਨ ਵਾਂਛਤ ਫਲ ਬਖਸ਼ੇ ਹਨ। ਜੋ ਅਸੀਂ ਚਾਹੁੰਦੇ ਸੀ ਉਹ ਸਾਨੂੰ ਪ੍ਰਾਪਤ ਹੋ ਗਿਆ। ਮੇਰੇ ਜਿਸ ਪ੍ਰਭੂ ਨੇ ਤਰਸ ਕਰਕੇ ਸਾਨੂੰ ਮਨ ਵਾਂਛਤ ਫਲ ਬਖਸ਼ੇ ਹਨ, ਮਹਾਰਾਜ ਜੀ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ, ਉਹਦੇ ਤੋਂ ਵਾਰੇ-ਵਾਰੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ।